ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਆਪੇ ਹੀ ਕਰਨਾ ਕੀਓ ਦੇਖ ਹੈ ਕੀਤਾ ਆਪਣਾ ਹਰ ਕੱਟੀ ਪੱਕੀ ਸਾਰੀ ਹੈ। ਜਿਸ ਤੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਸਾਰੀ ਹੈ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਰਾਣਾ ਰਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀ। ਤੇਰਾ ਹੁਣ ਬੰਦਣੇ ਦਾ ਵੇਲਾ ਮੇਰਾ ਬੰਦ ਲੈ ਮਨਾ। ਹੁਣ ਬੰਦਣੇ ਦਾ ਵੇਲਾ ਮੇਰਾ ਬੰਦ ਲੈ ਮਨਾ।
सौ
ਹੰਸ ਨਾਚਾ ਦਸੀ ਡੂਮਣਾ ਇਹ ਤਨ ਤੇਰੀ ਥੀਸੀ ਤੇਰਾ ਹੁਣ ਮੰਗਨੇ ਦਾ ਵੇਲਾ ਵੇੜਾ ਬੰਦ ਲੈ ਹੁਣ ਮੰਗਨੇ ਦਾ ਵੇਲਾ ਵੇੜਾ ਬੰਦ ਤੇਰਾ ਹੁਣ ਮੰਗਨੇ ਦਾ ਵੇਲਾ ਵੇੜਾ ਬੰਦ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਰਬੱਤ ਹੀ ਮਾਈ ਭਾਈ ਸਤਿਗੁਰੂ ਜੀ ਦੇ ਭਾਣੇ ਅੰਦਰ ਆਪਾਂ ਸਾਰੇ ਇਕੱਤਰ ਹੋਏ ਹਾਂ। ਸਾਧ ਸੰਗਤ ਜੀ ਆਪਾਂ ਸਾਰੇ ਹੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੋ। ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਜੀ ਦੀ ਬਖਸ਼ਿਸ਼ ਲਹਿਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸਤਿਗੁਰੂ ਜੀ ਦਾ ਫਰਮਾਨ ਹੈ ਜੋ ਆਇਆ ਸੋ ਚੱਲ ਸੀ। ਜਦ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ ਸਾਧ ਸੰਗਤ ਜੀ ਮਹਾਰਾਜ ਜੀ ਬਾਰ-ਬਾਰ
ਬਣਦੇ ਨੇ। ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਜਨਮ ਹੈ ਜਿਹੜਾ ਇਹ ਬੜਾ ਕੀਮਤੀ ਹੈ। ਧੰਨ ਬਾਬਾ ਕਬੀਰ ਸਾਹਿਬ ਜੀ ਵਚਨ ਕਰਦੇ ਨੇ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰਾ ਗਾਰ। ਜਿਉ ਵਣ ਫਲ ਪਾ ਕੇ ਭੋਏ ਗ੍ਰਹਿ, ਬਾਹਰ ਨਾ ਲਾਗੇ ਡਾਰ। ਧੰਨ ਬਾਬਾ ਕਬੀਰ ਸਾਹਿਬ ਜੀ ਉਦਾਹਰਨ ਦਿੰਦੇ ਨੇ, ਜਿਵੇਂ ਫਲ ਬੂਟੇ ਦੇ ਨਾਲ ਲੱਗਦਾ ਹੈ ਉਹ ਪੱਕ ਜਾਂਦਾ ਹੈ। ਪੱਕਿਆ ਹੋਇਆ ਫਲ ਜੇ ਸਮੇਂ ਦੇ ਅਨੁਸਾਰ ਨਾ ਤੋੜੀਏ, ਟੁੱਟ ਕੇ ਆਪਣੇ ਆਪ ਨੂੰ ਧਰਤੀ ਤੇ ਡਿੱਗ ਪੈਂਦਾ ਹੈ। ਜਿਹੜਾ ਫਲ ਬੂਟੇ ਦੇ ਨਾਲ ਟੁੱਟ ਕੇ ਧਰਤੀ ਤੇ ਡਿੱਗ ਗਿਆ, ਅਸੀਂ ਲੱਖਾਂ ਹੀ ਯਤਨ ਕਰੀਏ ਉਹ ਬੂਟੇ ਦੇ ਨਾਲ ਨਹੀਂ ਜੁੜਦਾ। ਜੇ ਜੋੜਨ ਦਾ ਯਤਨ ਵੀ ਕਰ ਲਿਆ, ਸਾਧ ਸੰਤ ਜੀ, ਤੇ ਉਹਨੂੰ ਅਨੰਦੀ ਤਾਕਤ ਨਹੀਂ ਮਿਲਦੀ ਜਿਹੜੀ ਪਹਿਲਾਂ ਜੁੜੇ ਹੋਏ ਤੋਂ ਮਿਲਦੀ ਸੀ। ਹੁਣ ਇਸੇ ਤਰ੍ਹਾਂ ਧੰਨ ਬਾਬਾ ਕਬੀਰ ਸਾਹਿਬ ਜੀ ਉਦਾਹਰਨ ਦਿੰਦੇ ਨੇ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬਾਰ-ਬਾਰ ਨਹੀਂ ਮਿਲਦਾ। ਇਹਦਾ ਭਾਵ ਕੀ ਆ? ਸਾਡੇ ਮਨ ਦਾ ਖਿਆਲ ਹੋਣਾ ਸਾਨੂੰ ਮਨੁੱਖਾ ਦੇਹ ਮਿਲੀ ਆ, ਮਰਨ ਤੋਂ ਬਾਅਦ ਫੇਰ ਮਨੁੱਖਾ ਦੇਹ ਮਿਲ ਜੇਗੀ, ਇਹ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ 84 ਲੱਖ ਜੂਨ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਬਹੁਤ ਵਾਰ। ਮਹਾਰਾਜ ਕਹਿੰਦੇ 84 ਲੱਖ ਜੂਨ ਹੈ। ਕਿਤੇ ਮਹਾਰਾਜ ਬਚਨ ਕਰਦੇ ਨੇ 1,84 ਵੇਦਨੀ ਸਭ ਸੇਵ ਕਰਦਾ, ਭਾਵ 84 ਲੱਖ ਜੂਨ ਦਾ ਜ਼ਿਕਰ ਆਇਆ। ਤੇ ਸਾਧ ਸੰਗਤ ਜੀ ਮਹਾਰਾਜ ਨੇ ਬਹੁਤ ਵਾਰ 84 ਲੱਖ ਜੂਨ ਦਾ ਜ਼ਿਕਰ ਕੀਤਾ। ਧੰਨ ਬਾਬਾ ਭਗਤ ਨਾਮਦੇਵ ਸਾਹਿਬ ਜੀ, ਜਿਨ੍ਹਾਂ ਦੇ ਬਚਨ ਨੇ, ਕਹਿੰਦੇ 42 ਲੱਖ ਜੀ ਜਨਮੈ ਹੋਤੇ। ਇਹਦਾ ਭਾਵ ਇਹ ਹੈ 42 ਲੱਖ ਜੂਨ ਧਰਤੀ ਤੇ ਪੈਦਾ ਹੁੰਦੀ ਹੈ, ਮਿੱਟੀ ਦਾ ਰੂਪ ਹੋ ਜਾਂਦੀ ਹੈ, ਭਾਵ ਮਿੱਟੀ ਦੇ ਵਿੱਚ ਉਹ ਲੀਨ ਹੋ ਜਾਂਦੀ ਹੈ। ਤੇ 42 ਲੱਖ ਜੂਨ ਪਾਣੀ ਦੇ ਵਿੱਚ ਪੈਦਾ ਹੁੰਦੀ ਹੈ ਤੇ ਪਾਣੀ ਦੇ ਵਿੱਚ ਉਹ ਖਤਮ ਹੋ ਜਾਂਦੀ ਹੈ। ਮਹਾਰਾਜ ਕਹਿੰਦੇ 84 ਲੱਖ ਜੂਨ ਹੈ। ਇਹ ਜੂਨਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਐਵਰ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਈਆ, ਜਨਮ ਕਾਲ ਕੇ ਦੇਹ ਸਜਈਆ। ਮਹਾਰਾਜ ਜੀ ਕਹਿੰਦੇ ਭਾਈ, ਜੇ ਤਾਂ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਇਆ, ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ, ਇਹ ਨੱਠੇ ਦੇ ਜੂਨਾਂ ਦੇ ਵਿੱਚ ਮਹਾਰਾਜ ਕਹਿੰਦੇ ਬਾਰ-ਬਾਰ ਤੈਨੂੰ ਭੜਕਣਾ ਪੈਣਾ। ਕਿਤੇ ਕੀੜਿਆਂ ਦੀ ਜੂਨ, ਕਈ ਜਨਮ ਭਏ ਕੀਟ ਪਤੰਗਾ। ਪਤੰਗਾ ਤੋਂ ਭਾਵ ਬਰਸਾਤ ਕਈ ਹੁੰਦੀ ਹੈ ਗਰਮੀ ਦੇ ਵਿੱਚ, ਉਹ ਪਤੰਗੇ ਜਿਹਨੂੰ ਆਪਾਂ ਕਹਿੰਦੇ ਹਾਂ ਭਮੱਕੜ, ਤੇ ਕੀੜੇ ਤੇ ਪਤੰਗਿਆਂ ਦੀ ਜੂਨ ਹੈ। ਕਈ ਜਨਮ ਗੱਜ ਮੀਨ ਕਰਾਂਗਾ, ਗੱਜ ਨਾਲ ਹਾਥੀ ਦਾ ਹੈ, ਮੀਨ ਨਾਲ ਮੱਛੀ ਦਾ ਹੈ, ਕਰੰਗ ਨਾਲ ਹਿਰਨ ਦਾ ਹੈ। ਮਹਾਰਾਜ ਕਹਿੰਦੇ ਇਹਨਾਂ ਮਿੱਠੇ ਤੇ ਜੂਨਾਂ ਦੇ ਵਿੱਚ ਤੈਨੂੰ ਭੜਕਣਾ ਪੈਣਾ। ਕਈ ਜਨਮ ਪੰਖੀ ਸਰਪ ਹੋਏ, ਕਿਤੇ ਪੰਛੀ ਬਣ ਗਿਆ, ਕਿਤੇ ਸੱਪ ਬਣ ਗਿਆ। ਕਈ ਜਨਮ ਐਗਰ ਫਿਰਤ ਜੋਇਓ,
सतगुरु जी कहते बड़े बड़े पहाड़ देखना, जेडे तू बड़े बड़े दरख्त देखना उच्चे उच्चे, ये भी जून है। इनू कहा गया जड़ जूनी। पत्थर ते दरख्त की जून को जड़ जून मन्निया है। सतगुरु जी कहते लखे ते जूना दे विच तैनूं भड़कना पैना जे तां गुरु के उपदेश को नहीं कमाया। कई जन्म पैती जप गंगा, कई जन्म पैती सतगुरु जी कहते जे तां गुरु के उपदेश की कमाई ना की, गुरु की सिक्ख्या ना धारण किया, 84 लख जून दे विच तैनूं भड़कना पैना। तां धन बाबा कबीर साहब के वचन ने ये मनुख का जन्म बार बार नहीं मिलता। ਹੁਣ 84 ਲੱਖ ਜੂਨ ਹੈ। 84 ਲੱਖ ਜੂਨ ਦਾ ਭੁਗਤਾਨ ਕਰਨ ਵਾਸਤੇ ਕਈ ਵਿਦਵਾਨ ਪੁਰਖਾਂ ਦਾ ਕਥਨ ਹੈ ਕਹਿੰਦੇ 7.5 ਅਰਬ ਸਾਲ ਦਾ ਸਮਾਂ ਲੱਗ ਜਾਂਦਾ ਹੈ। 7.5 ਅਰਬ ਸਾਲ ਬੀਤਣ ਤੋਂ ਬਾਅਦ ਕਿਤੇ ਮਨੁੱਖਾ ਦੇ ਮਿਲਦੀ ਹੈ। ਤਾਂ ਧੰਨ ਬਾਬਾ ਕਬੀਰ ਸਾਹਿਬ ਦੇ ਵਚਨ ਨੇ ਕਬੀਰ ਮਾਨਸ ਜਨਮ ਦੁਰਲਭ ਹੈ, कोई ना पारेगा। धन बाबा कबीर साहब जी का कथन है, मानस दे ही तानस बब्बा नाल मिलगिया, Hare
विद्वाना का पता कोई नहीं, परमेश्वर बेअंत है। उन्हें सानू साढ़े कर्मां का हिसाब होना है, उत्थे सचो ही सच निकलना है। आप असी कर्मां का बीज बीजते हैं संसार दे विच आके। साध संगत जी दो तरह के कर्म सपाट शब्दां दे विच कई ऐसे चंगे कर्म ने, एक माड़े कर्म ने। माड़े कर्म करने वाले ने साध संगत जी पापी कहा जाता है, मरमुख कहा जाता है। जिन्होंने असीं नास्तिक कह देते हैं, जिन्होंने कह देते हैं मरमुख। जिहड़े चंगे कर्म करते हैं, शुभ कर्म करते हैं, जिन्हों कहते हैं उत्तम कर्म। उत्तम कर्म वाले जिज्ञासु कहा जाता है। वो संसार दे विच आके अपने मनुखा जन्म को सफल कर देते हैं। उन्होंने असीं गुरमुख कहते हैं, उन्होंने कहते हैं गुरसिख। ते उन्होंने भावें साधु कह दो, भावें संत कह दो, कोई फर्क नहीं। ये नामां दे विच अंतर हो सकता है, पर जिहड़े पदवी ते पहुंच गए उन्होंने असीं भावें कुछ भी कहते हो। सतगुरु जी ने नाम जपण वालियां नूं गुरमुख भी कहा, गुरसिख भी कहा, साधु भी कहा, संत भी कहा। जिहड़े नाम जपण वाले ने, जिन्हां ने गुरु के उपदेश को कमाया। सतगुरु जी ने जिहड़े तू कर्म करदा है, ये नहीं पता तैनूं एक जून दे विच बार-बार जन्म लेना पवे, बार-बार ढलना पवे। आवाजाही के चक्कर दे विच पता नहीं तैनूं किन्ने जन्म धारण करने पैण। ये तेरे कर्मां दी गल है।
ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਮਨੁੱਖ ਆਉਂਦਾ ਹੈ, ਹੁਣ ਸਾਧ ਸੰਗਤ ਜ਼ਿਕਰ ਆਉਂਦਾ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਗੰਢੇਨਿਆਂ ਸੇ ਮਾਹਾ ਤੁੜਿੰਦਿਆਂ ਇੱਕ ਫਿਰੋ। ਮਹਾਰਾਜ ਕਹਿੰਦੇ ਤੇਰੇ ਸਰੀਰ ਦੀ ਬਣਤਰ ਬਣੀ ਜਦ ਮਾਤਾ ਦੇ ਗਰਭ ਦੇ ਵਿੱਚ 6 ਮਹੀਨਿਆਂ ਦੇ ਵਿੱਚ ਤੇਰੇ ਸਰੀਰ ਦੀ ਬਣਤਰ ਬਣੀ। ਸਾਧ ਸੰਗਤ ਅੱਗੇ ਫਿਰ ਸਤਿਗੁਰੂ ਜੀ ਇਹ ਵੀ ਵਚਨ ਕਰਦੇ ਨੇ, ਮਰਨ ਲਿਖਾਏ ਮੰਡਲ ਵਿੱਚ ਆਏ। ਸਭ ਤੋਂ ਪਹਿਲਾਂ ਕਾਲ ਪੁਰਖ ਵਾਹਿਗੁਰੂ ਨੇ ਤੇਰੇ ਭਾਗਾਂ ਦੇ ਵਿੱਚ ਮਰਨ ਲਿਖਿਆ, ਤੇਰੀ ਮੌਤ ਲਿਖੀ ਹੈ। ਸੰਸਾਰ ਦੇ ਵਿੱਚ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਕਈ ਵਾਰ ਅਸੀਂ ਦੇਖਦੇ ਹਾਂ ਮਾਤਾ ਦੇ ਗਰਭ ਦੇ ਵਿੱਚ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਕੋਈ ਜਨਮ ਲੈਣ ਸਾਰੇ ਸੰਸਾਰ ਤੋਂ ਤੁਰ ਜਾਂਦਾ ਹੈ, ਕੋਈ ਬਚਪਨ ਦੇ ਵਿੱਚ, ਕੋਈ ਜਵਾਨੀ ਦੇ ਵਿੱਚ, ਵਡੇਪੇ ਤੇ ਬਾਅਦ ਤਾਂ ਸਾਰਿਆਂ ਨੇ ਸਾਧ ਸੰਗਤ ਜੀ ਮੌਤ ਦੇ ਕਲਾਵੇ ਦੇ ਵਿੱਚ ਜਾਣਾ ਹੈ। ਪਰ ਮਹਾਰਾਜ ਜੀ ਕਹਿੰਦੇ ਮਰਨਾ ਸੱਚ ਹੈ, ਮੌਤ ਇੱਕ ਅਟੱਲ ਸੱਚਾਈ ਹੈ, ਮੌਤ ਸਾਰਿਆਂ ਤੇ ਹੁੰਦੀ ਹੈ। ਹੁਣ ਦੇਖਿਆ ਜਾਵੇ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਆ ਕੇ ਗੁਰਮੁਖ ਲਾਹਾ ਖੱਟ ਕੇ ਜਾਂਦੇ ਨੇ। ਇੱਕ ਉਹ ਨੇ, ਇੱਕ ਨਾਲ ਨੂੰ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਇੱਕ ਬੇਪਰਵਾਹ ਹੋ ਕੇ ਜ਼ਿੰਦਗੀ ਜਿਉਂ ਜਾਂਦੇ ਨੇ, ਪਤਾ ਕੋਈ ਨਹੀਂ ਅਸੀਂ ਆਏ ਕਾਹਦੀ ਖਾਤਰ। ਕੋਈ ਨਾਮ ਨਹੀਂ ਜਪਣਾ, ਕੋਈ ਬੰਦਗੀ ਨਹੀਂ ਕਰਨੀ, ਪਤਾ ਕੋਈ ਨਹੀਂ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਨੀ ਹੈ। ਗੁਰੂ ਦਾ ਹੁਕਮ ਕੀ ਹੈ ਇਹ ਕੋਈ ਪਤਾ ਨਹੀਂ। ਫਿਰ ਸਤਿਗੁਰੂ ਜੀ ਕਹਿੰਦੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁਝੇ ਪਸਤ ਹੋ। ਜਿਨ੍ਹਾਂ ਨੇ ਨਹੀਂ ਸਮਝਿਆ ਉਹ ਮਰੇ ਪਸ਼ੂਆਂ ਦੇ ਬਰਾਬਰ ਨੇ। ਸਤਿਗੁਰੂ ਜੀ ਕਹਿੰਦੇ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਕੋਈ ਨਹੀਂ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਕੋਈ ਚੰਗਾ ਕਰਮ ਕੀਤਾ ਹੈ, ਜਿਹਦੀ ਬਾਤ ਤੋਂ ਸਾਧ ਸੰਗਤ ਜੀ ਪ੍ਰਾਤਨ ਸਮੇਂ ਦੇ ਵਿੱਚ ਮਹਾਂਪੁਰਖ ਧਾਰਨਾ ਪੜਿਆ ਕਰਦੇ। ਆਪ ਨੂੰ ਜਗ ਵਿੱਚ ਆ ਗਏ, ਆਪ ਨੂੰ ਜਗ ਵਿੱਚ ਆ ਗਏ। ਨਸ਼ੇ ਵਿਸ਼ਿਆਂ ਦੇ ਵਿੱਚ ਪਾਪ ਕਰਮਾਂ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਆਖਿਰਕਾਰ ਵਡੇਪਾ ਵੀ ਉਹਨਾਂ ਦਾ ਬੀਤਣ ਤੇ ਆ ਜਾਂਦਾ ਹੈ। ਪਤਾ ਕੋਈ ਨਹੀਂ ਲੱਗਦਾ ਉਸ ਸੰਸਾਰ ਤੇ ਆਏ ਕਾਹਦੇ ਬਾਰੇ। ਸਾਰੀ ਜ਼ਿੰਦਗੀ ਪਾਪ ਕਰਮਾਂ ਵਿੱਚ ਐਸੋ ਕਿਸਰਤ ਦੇ ਵਿੱਚ ਐਸ ਪ੍ਰਾਪਤੀ ਦੇ ਵਿੱਚ ਲਿਪਤ ਹੋ ਜਾਂਦੀ ਹੈ। ਕਦੇ ਵੀ ਰੱਬ ਦਾ ਨਾਮ ਨਹੀਂ ਲੈਂਦੇ ਉਹ। ਤੇ ਸਤਿਗੁਰੂ ਜੀ ਕਹਿੰਦੇ ਉਹ ਵੀ ਸੰਸਾਰ ਦੇ ਹੁੰਦੇ ਨੇ। ਇੱਕ ਨਾ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਮਹਾਰਾਜ ਜੀ ਕਹਿੰਦੇ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਆ ਖਾਣ ਪੀਣ ਦਾ ਕਸੀਮਤ ਨੇ। ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਕਰਨਾ। ਖਾਣ ਪੀਣ ਦਾ ਕਸੀਮਤ, ਨਸ਼ਿਆਂ ਦੇ ਵਿੱਚ ਗੁਲਤਾਨ, ਵਿਸੇ ਵਕਾਰਾਂ ਦੇ ਵਿੱਚ ਗੁਲਤਾਨ ਉਹ ਲੋਕ। ਹੱਸਣਾ ਸੋਣਾ ਖੁਸ਼ ਹੁੰਦੇ ਨੇ ਪਦਾਰਥ ਦੇਖ ਦੇਖ ਕੇ। ਸਾਡੇ ਕੋਲ ਪਦਾਰਥ ਬੜੇ ਨੇ, ਸਾਡਾ ਪਰਿਵਾਰ ਬੜਾ ਵਿਸ਼ਾਲ ਹੈ। ਬਹੁਤੇ ਲੋਕ ਗੱਲਾਂ ਕਰਦੇ ਕਿ ਸਾਡਾ ਪਰਿਵਾਰ ਬਹੁਤ ਵੱਡਾ ਹੈ। ਇਸ ਗੱਲ ਦਾ ਹੀ ਹੰਕਾਰ
ਮਾਰ ਪਾਲੀ ਬੈਠੇ ਨੇ। ਕਈ ਕਹਿੰਦੇ ਨੇ ਸਾਡੇ ਕੋਲ ਧਨ ਪਦਾਰਥ ਬਹੁਤ ਹੈ, ਇਹ ਵੀ ਹੰਕਾਰ ਮਨੁੱਖ ਪਰ ਬੈਠਾ ਹੈ। ਪਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਪੜ੍ਹੋ। ਮਹਾਰਾਜ ਜੀ ਕਹਿੰਦੇ ਧੰਨ ਭਗਤ ਨਾਮਦੇਵ ਸਾਹਿਬ ਜੀ ਦੇ ਬਚਨ ਨੇ, ਮੇਰੀ ਮੇਰੀ ਕਾਇਰੋ ਕਰਤੇ ਦਰਜੋਧਨ ਸੇ ਭਾਈ, 12 ਜੋਜਨ ਸਤਰ ਚੱਲੇ ਥਾ ਦੇਖੀ ਗਰਜਨ ਖਾਈ। ਸੰਪਰਦਾਇ ਟਕਸਾਲ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਦੋਹੇ ਪਾਠ ਸੱਚ ਨੇ, ਗਿਰਜਨ ਖਾਈ ਤੇ ਗਿਰਜਨ ਖਾਈ। ਸਰੀਰ ਉਹਦਾ ਕੁਝ ਗੱਜਰ ਦਾ ਬਣਿਆ, ਉਸ ਸਰੀਰ ਨੂੰ ਗਿਰਜਾ ਨਹੀਂ ਖਾਦਾ ਤੇ ਕੁਝ ਸਰੀਰ ਦਾ ਹਿੱਸਾ ਗਿਰਜਾ ਖਾ ਗਿਆ। ਇਹਦਾ ਦਰਜੋਧਨ ਦਾ 12 ਯੋਜਨ 4 ਉਹਦਾ 1 ਯੋਜਨ ਹੁੰਦਾ, ਸਿਆਣੇ ਪੁਰਸ਼ਾਂ ਨੂੰ ਪਤਾ ਹੈ। 48 ਉਹਦਾ ਸਫਰ, ਉਹ ਵੀ ਰਾਜੇ ਮਹਾਰਾਜੇ ਜਦ ਲੰਘਿਆ ਕਰਦਾ ਨਾ ਦਰਜੋਧਨ ਸਤਰ ਨਾਲ ਸਤਰ ਜੋੜ ਕੇ ਖੜ ਜਾਂਦੇ। ਵਿਦਵਾਨ ਪੁਰਖਾਂ ਦੀ ਰਾਏ ਹੈ ਉਹ ਦਰਜੋਧਨ ਵਰਗੇ ਇਸ ਸੰਸਾਰ ਤੇ ਆਏ ਹੰਕਾਰ ਦੇ ਗ੍ਰਸਤੇ ਹੋਏ, ਪਰ ਉਹ ਵੀ ਨਾ ਰਹੇ। ਮੇਰੀ ਮੇਰੀ ਕਾਇਰੋ ਕਰਤੇ ਦਰਜੋਧਨ ਸੇ ਭਾਈ, 12 ਜੋਜਨ ਸਤਰ ਚੱਲੇ ਥਾ ਦੇਖੀ ਗਰਜਨ ਖਾਈ। ਦੂਸਰੀ ਉਦਾਹਰਨ ਭਗਤ ਨਾਮਦੇਵ ਜੀ ਦਿੰਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਸਰਬ ਸੋਇਮ ਦੀ ਲੰਕਾ ਪੋਤੀ ਰਾਮ ਸੇ ਅਧਿਕਾਰੀ, ਕਹਾਂ ਕਹੋ ਦਰਬਾਂ ਤੇ ਖਤੀ ਖੇਡਣਾ ਕਹੀ ਕਰਾਈ। ਭਗਤ ਨਾਮਦੇਵ ਜੀ ਕਹਿੰਦੇ ਦੇਖੋ ਅੱਜ ਜਿਹੜਾ ਸਮਾਂ ਹੈ ਨਾ, ਅੱਜ ਦੇ ਸਮੇਂ ਨੂੰ ਕਹਿੰਦੇ ਨੇ ਵਿਗਿਆਨਕ ਯੁੱਗ, ਜਿਹੜਾ ਅੱਜ ਸਮਾਂ ਚੱਲਦਾ ਹੈ ਇਹਨੂੰ ਕਹਿੰਦੇ ਨੇ ਕੰਪਿਊਟਰ ਦਾ ਯੁੱਗ ਹੈ। ਸਾਧ ਸੰਗਤ ਜੀ, ਪਰ ਅੱਜ ਦੇ ਸਮੇਂ ਕਿੰਨਾ ਕੁ ਸੋਨਾ ਕਿਸੇ ਕੋਲ ਹੋ ਸਕਦਾ, ਕਿਸੇ ਕੋਲ ਕੁਆਂਟਲ ਹੋ ਸਕਦਾ, 2-4 ਕੁਆਂਟਲ ਹੋ ਸਕਦਾ ਹੈ ਧਨਾੜ ਪੁਰਸ਼ਾਂ ਦੇ ਕੋਲੇ। ਪਰ ਉਹ ਰਾਵਣ ਜਿਹਦੀ ਲੰਕਾ ਕਿੰਨੀ ਵੱਡੀ ਹੈ, 450 ਉਹਦਾ ਫਾਸਲਾ ਚਾਰੇ ਤਰਫ, ਲੰਬਾਈ ਚੜਾਈ 450 ਕੋਹ ਆਉਂਦੀ। ਸਾਰੀ ਉਹ ਲੰਕਾ ਸੋਨੇ ਦੀ ਬਣੀ ਹੋਈ ਹੈ। ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਸਰਬ ਸੋਇਮ ਦੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਹਾਂ ਭਇਓ ਦਰਬਾਂਗੇ ਹਾਥੀ ਖਿੰਡ ਮੈਂ ਭਈ ਭਰਾਈ। ਉਹ ਵੀ ਬਗਾਨੀ ਬਣੀ, ਸਭ ਕੁਝ ਤਬਾਹ ਹੋ ਗਿਆ, ਰਾਖ ਬਣ ਗਈ। ਤੇ ਸਤਿਗੁਰੂ ਜੀ ਕਹਿੰਦੇ ਆਹ ਸੰਸਾਰ ਦੇ ਵਿੱਚ ਤੂੰ ਆਇਆ ਦੇਖੀ, ਹੰਕਾਰ ਨਾਲ ਮਨ ਦੇ ਵਿੱਚ ਪਾਲ ਬੈਠੀ, ਹੰਕਾਰ ਨਾਲ ਕਰ ਬੈਠੀ। ਇੱਥੇ ਸਤਿਗੁਰੂ ਧੰਨ ਕਲਗੀਧਰ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਏਕ ਸਿਵ ਭਏ ਇੱਕ ਗਏ ਇੱਕ ਫੇਰ ਭਏ, रामचंद्र कृष्ण के अवतार भी अनेक हैं, ब्रह्मा और विष्णु के ते वेद और प्राण के ते सिमरत समूह के होए बताए हैं, मोहन दी मदार के ते अश्विनी कुमार के ते अंसा अवतार के ते कालवश भये हैं, पीर और पैगंबर के ते गणे न करत के ते पूर्ण ही ते होए गए पूर्ण ही बनाए हैं। सतगुरु जी ने बड़े बड़े संसार के आए आखिरकार वो मिट्टी दे विच ही मिल गए। मारे कहते मौत सारियां ते आउंदी है, मौत तो कोई नहीं बच सकता। जो कुछ असं अखां दे नाल देखते हैं कहते प्रकृति कच्ची तरह की प्रकृति है। असं मकान देखते हैं, जीव जंतु पशु पंछी जो भी देखने के आता है सब नाश बनता है। महाराज जी ने सारिया का नाश होना है, ते मौत तो कोई भी नहीं बच सकता। ये मौत सारिया ते आनी है। अज असीं माता जी की, माता सुरजीत कौर जी की अंतिम अरदास दे विच असीं सारे इकट्ठे हुए हैं। जिन्ने इकट्ठे हुए हैं ये अंतिम अरदास सारिया की होनी है समय अनुसार। महाराज कहते बारी आपो अपनी कोई ना बंदे,
ਇਸ ਸੰਸਾਰ ਦੇ ਵਿੱਚੋਂ ਆਪਣੀ ਵਾਰੀ ਅਨੁਸਾਰ ਸਾਰਿਆਂ ਨੇ ਚਲੇ ਜਾਣਾ ਹੈ। ਥੋੜਾ ਸਮਾਂ ਆਪਾਂ ਇਤਿਹਾਸ ਦੇ ਨਾਲ ਜੁੜੀਏ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਸ਼ੋਭਾ ਵਡਿਆਈ ਸਾਰੇ ਸੰਸਾਰ ਦੇ ਵਿੱਚ ਹੋ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਇਕੱਠੀ ਹੋਈ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਾਰੇ ਜਾ ਰਹੇ ਨੇ। ਅੱਜ ਵਰਗੇ ਸਾਧਨ ਨਹੀਂ ਸੀ, ਵਿਖੜੇ ਪੈਂਦੇ ਭਿਆਨਕ ਰਸਤੇ, ਕੱਲਾ ਤੋਂ ਕੱਲਾ ਕੋਈ ਜਾ ਨਹੀਂ ਸਕਦਾ ਸੀ। ਭਿਆਨਕ ਜੰਗਲਾਂ ਦੇ ਵਿੱਚ ਦੀ ਤੁਰ ਕੇ ਜਾਣਾ ਪੈਂਦਾ। ਹੁਣ ਉਹਨਾਂ ਸਮਿਆਂ ਦੇ ਵਿੱਚ ਕਾਫਲੇ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਜਾਇਆ ਕਰਦੇ, ਮਾਈ ਭਾਈ ਇਕੱਠੇ ਹੋਏ। ਅਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਾਂਦੇ। ਜਦ ਸਾਰੇ ਇਕੱਠੇ ਹੋ ਕੇ ਤੁਰਦੇ ਨੇ, ਰਸਤੇ ਦੇ ਵਿੱਚ ਸਾਧ ਸੰਗਤ ਦੀ ਇੱਕ ਨਗਰ ਆ ਗਿਆ। ਨਗਰ ਦੇ ਵਿੱਚ ਸ਼ਾਮ ਦੇ ਵਕਤ ਸਾਰੇ ਹੋ ਕੇ ਇੱਕ ਖੂਹ ਹੈ। ਖੂਹ ਦੇ ਕੋਲੇ ਸਾਰੀ ਸੰਗਤ ਨੇ ਪੜਾ ਕੀਤਾ, ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ ਹੈ। ਤੇ ਜਿਹੜੀ ਸੰਗਤ ਹੈ, ਸੰਗਤ ਅਨੁਸਾਰ ਸੰਗਤ ਦੀ ਜਲ ਪਾਣੀ ਦਾ ਪ੍ਰਬੰਧ ਕਰਨ ਲੱਗੇ ਨੇ। ਪ੍ਰਸਾਦਾ ਪਾਣੀ ਤਿਆਰ ਕਰਨ ਲੱਗੇ। ਪ੍ਰਸਾਦਾ ਪਾਣੀ ਤਿਆਰ ਕੀਤਾ ਤੇ ਸਾਧ ਸੰਗਤ ਉਸ ਤੋਂ ਬਾਅਦ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕੀਤਾ। ਸਾਰਿਆਂ ਨੇ ਨਿਤਨੇਮ ਕਰਕੇ ਇੱਕ ਗੁਰਮੁਖ ਸਾਰਿਆਂ ਨੂੰ ਉਪਦੇਸ਼ ਦੇ ਰਿਹਾ ਹੈ, ਜੋ ਸਤਿਗੁਰੂ ਜੀ ਦਾ ਉਪਦੇਸ਼ ਸਾਨੂੰ ਦ੍ਰਿੜਾਉਂਦਾ ਹੈ। ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ, ਭਾਈ ਇਹ ਜਿਹੜੇ ਮਨੁੱਖਾਂ ਦੇ ਹੈ ਬਾਰ-ਬਾਰ ਨਹੀਂ ਮਿਲਦੇ, ਇਹਦੀ ਕਦਰ ਕਰਨੀ ਚਾਹੀਦੀ ਹੈ। ਹੁਣ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹੋ। ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਮਹਾਰਾਜ ਦਾ ਉਪਦੇਸ਼ ਕੀ ਹੈ। ਮਨੁੱਖਤਾ ਦਾ ਉਪਦੇਸ਼ ਹੈ ਸਤਿਗੁਰੂ ਜੀ ਦਾ, ਸਾਰੀ ਮਨੁੱਖਤਾ ਦਾ। ਭਾਵੇਂ ਮਨੁੱਖ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਤੇ ਮਹਾਰਾਜ ਉਪਦੇਸ਼ ਦਿੰਦੇ ਨੇ ਸਾਰਿਆਂ ਨੂੰ, ਪ੍ਰਾਣੀ ਨੂੰ ਆਇਆ ਲਾਹਾ ਲੈ, ਲਾਹਾ ਕੱਢਣ ਵਾਸਤੇ ਆਏ ਨੇ। ਤੇ ਮਹਾਰਾਜ ਕੀ ਉਪਦੇਸ਼ ਦਿੰਦੇ ਆ, ਭਾਈ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਦੀ ਆ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਚਾਹੀਦੀ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ। ਤੇ ਧੰਨ ਕਲਗੀਧਰ ਸੱਚੇ ਪਾਤਸ਼ਾਹ ਦਾ ਜੋ ਸਾਨੂੰ ਹੁਕਮ ਹੈ, ਅੰਮ੍ਰਿਤਧਾਰੀ ਹੋਣਾ ਚਾਹੀਦਾ। ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ ਉਹ ਗੁਰਮੁਖ ਆਪਣੀ ਰਸਨਾ ਤੋਂ ਜ਼ਿਆਦਾ ਬਚਨ ਕਰਦਾ ਹੈ। ਇੱਕ ਨਾਸਤਿਕ ਵਿਅਕਤੀ ਵਾਲਾ ਹੈ, ਜਿਹਦੀ ਬਹੁਤੀ ਜ਼ਿੰਦਗੀ ਬੀਤ ਗਈ ਸ਼ਰਾਬਾਂ ਕਬਾਬਾਂ ਦੇ ਵਿੱਚ, ਵਿਸੇ ਬਕਾਰਾਂ ਦੇ ਵਿੱਚ। ਪਤਾ ਕੋਈ ਨਹੀਂ ਸੰਸਾਰ ਦੇ ਵਿੱਚ ਆਏ ਕਾਹਦੀ ਖਾਤਰ ਹੈ। ਉਹ ਵਿਅਕਤੀ ਦਾ ਮਾਲਕ ਹੈ। ਉਹਨੇ ਦੇਖਿਆ ਇਹ ਆਏ ਕੌਣ ਨੇ, ਕਾਫਲੇ ਦੇ ਵਿੱਚ ਇਹਨਾਂ ਨੇ ਲੰਗਰ ਦੀ ਤਿਆਰੀ ਕੀਤੀ ਹੈ। ਉਸ ਤੋਂ ਬਾਅਦ ਇਹ ਕਰਦੇ ਕੀ ਨੇ, ਜਦੋਂ ਗੁਰਮੁਖ ਆਪਣੀ ਰਸਨਾ ਦੇ ਦੁਆਰਾ ਇਹ ਵਚਨ ਕਰਦੇ ਨੇ, ਇਹਦੇ ਹਿਰਦੇ ਨੂੰ ਠੰਡ ਪਹੁੰਚਦੀ ਹੈ। ਤੇ ਸਾਧ ਸੰਗਤ ਜਿਹੜੇ ਪਾਪ ਕੀਤੇ ਨੇ, ਬਕਾਰ ਭੋਗੇ ਨੇ, ਵਿਸੇ ਬਕਾਰਾਂ ਦੇ ਵਿੱਚ, ਪਾਪ ਕਰਮਾਂ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ, ਉਹ ਮਨ ਦੇ ਵਚਨ ਗੁਰਮੁਖਾਂ ਦੇ ਅਸਰ ਕਰਦੇ ਨੇ, ਘਰ ਕਰੀ ਜਾਂਦੇ ਨੇ। ਸੋਚਦਾ ਬਣਾ ਆ ਅਵਗਣ ਤੇਰੇ ਵਿੱਚ ਨੇ। ਹੁਣ ਜਦੋਂ ਵਚਨ ਸੁਣੇ ਵੀ ਮਹਾਰਾਜ ਜੀ ਦਾ ਵਚਨ, ਭਾਈ ਗੁਰਮੁਖੋ ਮਹਾਰਾਜ ਵਚਨ ਕਰਦੇ ਨੇ, ਇੱਕ ਇੱਕ ਸਵਾਸ ਬੜਾ ਕੀਮਤੀ ਹੈ। ਮਹਾਰਾਜ ਦੇ ਵਚਨ ਨੇ ਨਾ ਦਿਨ ਤੇ ਪਹਿਰ ਤੇ ਘੜੀਆਂ ਆਪ ਘਟਾ ਤੜ ਸਿੱਖਿਆ ਹੈ। ਕਾਲ ਇਹ ਤੇਰਾ ਵਰਤ ਜੋ ਕਾਹੋ ਕਾਵਟ ਵਿੱਚ ਕੀਜਿਆ ਹੈ।
महाराज के बचन ने भाई एक एक श्वास छोटा बतीत होंदा जाता है। महाराज जी कहते 24,000 श्वास मनुख नूं आउंदे ने। हर एक मनुख नूं 24 घंटिਆਂ ਦੇ ਵਿੱਚ 8 ਪਹਿਰਾਂ ਦੇ ਵਿੱਚ 24,000 श्वास भाव 24,000 बार ਅਸੀਂ ਸਾਹ ਲੈਂਦੇ ਹਾਂ। पर महाराज कहते अफसोस इस गल का नाम तो बिना सारी बिरते चले जाते मनुख खान पीन तक सौन तक किसी नहीं रह गया, विषय प्रकार भोगन तक पाप कर्म तक किसी नहीं रह गया। जब ये बचन वो गुरमुख करते ने ये मन से असर होता है। जेडे कमाई वाले ने मोह कमाने बचन पाने असर करते हैं, समझे दे मन से असर करते हैं। साध संत जी जब वो बचन करते हैं ये बड़े प्रेम के नाल सुन रहे हैं। भावें नास्तिक व्यक्ति वाला सी जिन्होंने आप कहते हैं मनमुख व्यक्ति, पाप बड़े जिंदगी के विच कमाउण वाला, ये सुन बड़ी गौर के नाल मन ला के सुनना शुरू कर दिंदा है। वो गुरमुखां दे वचन ਇਹਦੇ ਕੰਨਾਂ ਦੇ ਵਿੱਚ ਸੁਣਦੇ ਨੇ, ਕੰਨਾਂ ਦੇ ਵਿੱਚ ਪੈਂਦੇ ਨੇ। ਇਹ ਬੜੇ ਗੌਰ ਤੇ ਧਿਆਨ ਦੇ ਨਾਲ ਸੁਣਨਾ ਸ਼ੁਰੂ ਕਰਦਾ ਹੈ। ਉਹ ਗੁਰਮੁਖ ਕਹਿਣ ਲੱਗੇ ਭਾਈ ਸਤਿਗੁਰੂ ਜੀ ਦੇ ਵਚਨ ਨੇ, ਇੱਕ ਇੱਕ ਸਵਾਸ ਹੈ ਜਿਹੜਾ ਇਹਨੂੰ ਸਬਦਾ ਬਣਾਓ। ਤੇ ਸਤਿਗੁਰੂ ਜੀ ਦੇ ਕੀ ਵਚਨ ਨੇ, ਸਾਸ ਸਾਸ ਸਿਮਰੋ ਗੋਬਿੰਦ। सत संत जी धन गुरु अर्जन देव महाराज कहने लगे क्यों वचन करते ने अपने गुरमुखां नूं, श्वास श्वास दे गेड़े जप लो वाहिगुरू, श्वास श्वास दे गेड़े जप लो वाहिगुरू, श्वास दे गेड़े जप लो वाहिगुरू, श्वास श्वास दे गेड़े जप लो वाहिगुरू। गुरु का
ਘਰ ਦੇ ਵਿੱਚ ਸੱਤ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ, ਤੇ ਜਿਨ੍ਹਾਂ ਨੇ ਭਾਵਨਾ ਬਣਾਈ ਉਹ ਫਿਰ ਲਾਗਾ ਕੱਟਦੇ ਨੇ। ਹੁਣ ਸੰਗਤ ਬੜੀ ਪ੍ਰੇਮ ਦੇ ਨਾਲ ਸਰਵਣ ਕਰਦੀ ਹੈ। ਸਤ ਸੰਗਤ ਕੀ ਹੈ? ਜਿੱਥੇ ਸਤ ਤੇ ਅਸਤ ਦੀ ਵਿਚਾਰ ਹੁੰਦੀ ਹੈ, ਉਹ ਹੈ ਸਤ ਸੰਗਤ। ਉਹ ਗੁਰਮੁਖ ਪਰਮੇਸ਼ਰ ਦੀ ਸੋਭਾ ਵਡਿਆਈ ਕਰਦੇ ਨੇ। ਕਹਿਣ ਲੱਗੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਮਨੁੱਖਾ ਜਨਮ ਹੈ ਜਿਹੜਾ, ਇਹ ਬੜਾ ਕੀਮਤੀ ਹੈ, ਇਹਦੀ ਕਦਰ ਕਰੋ, ਇੱਕ ਇੱਕ ਸਵਾਸ ਦੀ ਕਦਰ ਕਰੋ, ਪਰਮੇਸ਼ਰ ਦੇ ਲੇਖੇ ਨਾ ਕਰੋ। ਜਦ ਇਹ ਬਚਨ ਕਰਦੇ ਨੇ, ਕਹਿਣ ਲੱਗੇ ਇੱਕ ਉਹ ਨੇ ਸੰਸਾਰ ਦੇ ਵਿੱਚ ਆ ਕੇ ਲਾਭਾ ਖੜਦੇ ਨੇ। ਮਹਾਰਾਜ ਦੇ ਬਚਨ ਨੇ, ਇੱਕ ਉਹ ਨੇ ਮਨਮੁਖ ਜਿਨ੍ਹਾਂ ਦੇ ਬਾਬਤ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰਮੁਖ ਨਾਮ ਲੈ ਕੇ ਮਨਮੁਖ ਚੱਲੇ ਮੂਲ ਗਵਾਈ। ਜਿਹੜੇ ਮਨਮੁਖ ਪਾਪੀ ਪੁਰਸ਼ ਨੇ, ਉਹਨਾਂ ਨੂੰ ਮਨੁੱਖਾ ਦੇਹ ਦੀ ਕਦਰ ਕੋਈ ਨਹੀਂ, ਸਵਾਸਾਂ ਦੀ ਕਦਰ ਕੋਈ ਨਹੀਂ। ਸਫਲ ਕਿਵੇਂ ਕਰਦੇ ਨੇ? ਉਹ ਫਿਰ ਸੰਸਾਰ ਦੇ ਵਿੱਚ ਲਾਭਾਂ ਨਹੀਂ ਖੱਟਦੇ, ਸਭ ਕੁਝ ਵਿਗਾੜ ਕੇ ਜਾਂਦੇ ਨੇ। ਮਾਰੇ ਕਹਿੰਦੇ ਉਹਨਾਂ ਨੂੰ ਫਿਰ ਨਖਿਤ ਜੂਨਾਂ ਦੇ ਵਿੱਚ ਭੜਕਣਾ ਪੈਂਦਾ ਹੈ। ਉਹ ਜਿਹੜੇ ਪਾਪੀ ਪੁਰਸ਼ ਨੇ, ਉਹਨਾਂ ਨੂੰ ਭਿਆਨਕ ਤੋਂ ਭਿਆਨਕ ਸਜ਼ਾਵਾਂ ਮਿਲਦੀ ਹੈ। ਜਦ ਇਹ ਸਰਵਣ ਕੀਤਾ, ਇਹ ਫਿਰ ਮਨ ਦੇ ਵਿੱਚ ਸੋਚਦਾ, ਮਨਾ ਤੇਰੀ ਜ਼ਿੰਦਗੀ ਤਾਂ ਸਾਰੀ ਬੇਅਰਥ ਚਲੀ ਗਈ। ਸੰਸਾਰ ਦੇ ਵਿੱਚ ਆ ਕੇ ਤਾਂ ਲਾਭਾ ਕੋਈ ਨਹੀਂ ਖੱਟਿਆ, ਸ਼ਰਾਬਾਂ ਕਬਾਬਾਂ ਦੇ ਵਿੱਚ ਜ਼ਿੰਦਗੀ ਤੇਰੀ ਬਤੀਤ ਹੋਈ ਨਹੀਂ। ਤੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਯਾਦ ਨਹੀਂ ਕੀਤਾ। ਇਹਦਾ ਮਤਲਬ ਤੇਰੀ ਜ਼ਿੰਦਗੀ ਸਾਰੀ ਵਿਅਰਥੀ ਚਲੀ ਗਈ। ਕਿਉਂ ਸੋਚਦਾ ਹੈ? ਉਧਰ ਗੁਰਮੁਖਾਂ ਨੇ ਸਤ ਸੰਗਤ ਦੀ ਸਮਾਪਤੀ ਕੀਤੀ, ਸ੍ਰੀ ਕੀਰਤਨ ਸਹਿਜ ਦਾ ਪਾਠ ਕੀਤਾ, ਸਾਰੇ ਵਿਸਰਾਮ ਕਰਨ ਲੱਗੇ। ਇਹ ਵਾਪਸ ਘਰ ਆ ਗਏ। ਘਰ ਸਾਹਿਬ ਸੰਗਤ ਜੀ ਆ ਗਏ। ਹੁਣ ਇਹ ਸੌਣ ਦਾ ਯਤਨ ਕਰਦੇ ਨੂੰ ਨੀਂਦ ਨਹੀਂ ਆ ਰਹੀ। ਬੜਾ ਸਮਾਂ ਸੋਚਦਾ ਰਿਹਾ, ਮਨਾ ਜ਼ਿੰਦਗੀ ਦੇ ਵਿੱਚ ਕੋਈ ਲਾਭਾ ਨਹੀਂ ਖੱਟਿਆ, ਤੇਰੀ ਜ਼ਿੰਦਗੀ ਵਿਅਰਥੀ ਚਲੀ ਗਈ। ਹੁਣ ਸਾਧ ਸੰਗਤ ਜੀ ਕੁਝ ਸਮੇਂ ਬਾਅਦ ਇਹਨੂੰ ਨੀਂਦ ਆ ਗਈ। ਨੀਂਦ ਤੋਂ ਬਾਅਦ ਇਹਨੂੰ ਸੁਪਨਾ ਆਉਣਾ ਸ਼ੁਰੂ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਹੜਾ ਸੁਪਨਾ ਹੈ ਇਹ ਸੱਚਾ ਨਹੀਂ ਹੁੰਦਾ, ਪਰ ਸੁਪਨਾ ਬੜਾ ਕੁਝ ਸਿਖਾ ਕੇ ਚਲਿਆ ਜਾਂਦਾ। ਸਿੱਖਿਆ ਵਿਦਾਇਕ ਦੇ ਸੁਪਨੇ ਹੁੰਦੇ ਨੇ। ਸੁਪਨੇ ਦੇ ਵਿੱਚੋਂ ਕਿ ਜੇ ਮਨੁੱਖ ਚਾਹੇ ਕੁਝ ਸਿੱਖਿਆ ਪ੍ਰਾਪਤ ਹੋ ਸਕਦੀ ਹੈ। ਇਹਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਕੀ ਦੇਖਦਾ ਹੈ? ਇਹਨੂੰ ਇੱਕ ਬਹੁਤ ਭਿਆਨਕ ਬਿਮਾਰੀ ਲੱਗ ਗਈ। ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਾਣੀ ਦਾ ਪ੍ਰਮਾਣ ਹੈ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਰੋਗ ਨੇ, ਇੱਕ ਮਨ ਦੇ ਰੋਗ ਨੇ, ਇੱਕ ਨੇ ਤਨ ਦੇ ਰੋਗ। ਤਨ ਦੀਆਂ ਬਿਮਾਰੀਆਂ ਵੀ ਬੜੀਆਂ ਗੰਭੀਰ ਨੇ। ਉਹ ਬਿਮਾਰੀਆਂ ਪੈਦਾ ਹੁੰਦੀਆਂ ਅੱਜ ਦੇ ਸਮੇਂ ਦੇ ਵਿੱਚ। ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ, ਕਹਿੰਦੇ ਜੀ ਇਹ ਬਿਮਾਰੀਆਂ ਦਾ ਇਲਾਜ ਹੈ। ਪਰ ਸਰੀਰਕ ਬਿਮਾਰੀਆਂ ਨਾਲੋਂ ਵੀ ਮਨ ਦੇ ਰੋਗ ਨੇ ਜਿਹੜੇ, ਉਹ ਬੜੇ ਘਾਤਕ ਨੇ। ਦੇਖਿਆ ਜਾਵੇ, ਜੇ ਕਿਤੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਓਟ ਆਸਰਾ ਚੱਕਿਆ ਜਾਵੇ, ਬਾਣੀ ਪੜ੍ਹ ਕੇ ਸਤਿਗੁਰੂ ਜੀ ਕਹਿੰਦੇ ਮਨ ਤੇ ਤਨ ਦੇ ਰੋਗ ਖਤਮ ਹੋ ਜਾਂਦੇ ਆ। ਜੇ ਤੂੰ ਸੁਣੀ ਮਨ ਤਨ ਭਰਿਆ ਹੋਊਗਾ। ਜੇ ਮਨ ਦੇ ਵਿੱਚ ਭਾਵਨਾ ਹੋਵੇ, ਸਰਦਾ ਹੋਵੇ। ਹੁਣ ਸਾਧ ਸੰਗਤ ਜੀ ਇਹਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਇੱਕ ਬੜੀ ਭਿਆਨਕ ਬਿਮਾਰੀ ਲੱਗ ਗਈ। ਅੱਜ ਡਾਕਟਰ ਨੇ ਐਲੋਪੈਥੀ ਇਲਾਜ ਹੈ। ਉਹਨਾਂ ਸਮਿਆਂ ਦੇ ਵਿੱਚ ਆਯੁਰਵੈਦਿਕ ਇਲਾਜ ਹੋਇਆ ਜਾਂਦਾ। ਹਕੀਮਾਂ ਕੋਲੇ, ਵੈਦ ਕੋਲੇ ਨੂੰ ਲੈ ਕੇ ਗਏ। ਵੈਦ ਕਹਿਣ ਲੱਗਿਆ ਕਿ ਇਹ ਬਿਮਾਰੀ ਦਾ ਇਲਾਜ ਕੋਈ ਨਹੀਂ, ਬਸ ਹੁਣ ਇਹਦੀ ਸੇਵਾ ਕਰੋ। ਡਾਕਟਰ ਵੀ ਅੱਜ ਦੇ ਸਮੇਂ ਹੀ ਕਹਿ ਦਿੰਦੇ ਆ, ਜਦ ਐਸੀ ਭਿਆਨਕ ਬਿਮਾਰੀ ਆਖਰੀ ਸਟੇਜ ਤੇ ਹੋਵੇ। ਹੁਣ ਸਾਧ ਸੰਗਤ ਜੀ ਆਖਰੀ ਸਮਾਂ ਇਹ ਸਾਰਿਆਂ ਨੂੰ ਸੁਨੇਹੇ ਭੇਜਦਾ ਸੱਜਣ ਮਿੱਤਰ ਨੇ, ਮੈਨੂੰ ਆ ਕੇ ਮਿਲ ਜਾਓ। ਮੇਰਾ ਜਿਹੜਾ ਸਰੀਰ ਹੈ ਉਹ ਹੁਣ ਕੰਮ ਨਹੀਂ ਕਰਦਾ।
ਸਾਰਿਆਂ ਨੂੰ ਸੁਨੇਹੇ ਦਿੱਤੇ, ਪਰ ਸਾਧ ਸੰਗਤ ਜੀ ਉਹ ਸਮਾਂ ਜਿਹਦੀ ਖਾਤਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸੰਗ ਸਖਾ ਸਭ ਭਜ ਗਏ। ਹੁਣ ਸਾਧ ਸੰਗਤ ਜੀ ਕੋਈ ਵੀ ਇਹਨੂੰ ਮਿਲਣ ਵਾਸਤੇ ਤਿਆਰ ਨਹੀਂ। ਆਖਰਕਾਰ ਸੱਜਣ ਰਿਸ਼ਤੇਦਾਰ ਮਿੱਤਰ ਸਾਥ ਸੰਬੰਧੀ ਸਭ ਜਵਾਬ ਦੇਗੇ, ਜਿਹਦੀ ਖਾਤਰ ਸਤਿਗੁਰੂ ਜੀ ਦੇ ਵਚਨ ਨੇ, ਮਹਾਰਾਜ ਜੀ ਦੇ ਪਾਵਨ ਪਵਿੱਤਰ ਵਚਨ ਨੇ, ਭੈਣਾਂ ਤੇ ਭਾਈ ਜੀ ਨੂੰ ਸਭ ਮਾਤਾ ਪਿਤਾ ਪੁੱਤਰ ਧੀ ਉੱਤੇ ਸਾਥ ਨਹੀਂ ਦੇ ਸਕਦੇ। ਸਾਰਿਆਂ ਨੇ ਰੋਂਦਿਆਂ ਹੋਇਆਂ ਨੇ ਸਿਰ ਫੇਰ ਦਿੱਤਾ, ਤੇਰੀ ਅਸੀਂ ਮਦਦ ਨਹੀਂ ਕਰ ਸਕਦੇ। ਆਖਰਕਾਰ ਸਾਧ ਸੰਤ ਜੀ ਧਰਮਰਾਜ ਦੇ ਜਮਦੂਤ ਨੂੰ ਲੈ ਕੇ ਜਾਂਦੇ ਨੇ। ਧਰਮਰਾਜ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਜਦ ਪੇਸ਼ ਕੀਤਾ ਗਿਆ, ਉਹ ਸਾਧ ਸੰਤ ਜੀ ਧਰਮਰਾਜ ਦੀ ਕਚਹਿਰੀ ਦੇ ਵਿੱਚ ਹੁਣ ਜ਼ਿਕਰ ਆਉਂਦਾ ਚਿੱਤਰ ਤੇ ਗੁਪਤ ਦਾ। ਚਿੱਤਰ ਤੇ ਗੁਪਤ, ਚਿੱਤਰ ਗੁਪਤ ਜਦ ਲੇਖਾ ਮੰਗਿਆ ਤਾਂ ਕੌਣ ਪੜਦਾ? ਤੇਰਾ ਘਰ ਹੈ। ਹੁਣ ਕਹਿੰਦੇ ਚਿੱਤਰ ਤੇ ਗੁਪਤ ਹੈ। ਇੱਕ ਦਿਨ ਦੀ ਕਾਰਵਾਈ ਸਾਰੀ ਧਰਮਰਾਜ ਨੂੰ ਦੱਸਦਾ ਹੈ, ਇੱਕ ਰਾਤ ਦੀ ਦੱਸਦਾ ਹੈ ਕਿ ਮਨੁੱਖ ਜੋ ਕੁਝ ਕਰਦਾ ਹੈ ਇਸ ਸੰਸਾਰ ਦੇ ਵਿੱਚ ਮਨੁੱਖ ਆਪਣੇ ਔਗਣਾਂ ਦੇ ਪਰਦੇ ਪਾਉਂਦਾ ਹੈ। ਦੂਸਰਿਆਂ ਦੇ ਔਗਣ ਦੇਖ ਕੇ ਜਨਤਕ ਕਰਨ ਦੀ ਖਾਤਰ ਸਾਧ ਸੰਗਤ ਜੀ ਮਨੁੱਖ ਦਿਨ
पर परमेश्वर की दरगाह के जिहदी बाबत सतगुरु जी कहते उत्थे सचो की सच निबड़ा है तो वक्त कटे जजमान जी हुण परमेश्वर की दरगाह के इहदा हिसाब किताब होया दस्या सारी जिंदगी मनुख ने कोई चंगा कर्म नहीं किया पाप कर्मां दे विच शराबां कबाबां दे विच इहदी जिंदगी बतीत हो गई विषय वकार भोगदा रिठा चंगा कर्म शुभ कर्म नहीं किया ਇਹਦੀ ਸਜ਼ਾ ਕੀ ਦਿੱਤੀ ਜਾਵੇ ਧਰਮਰਾਜ ਕਹਿੰਦਾ ਇਹਨੂੰ ਨਰਕਾਂ ਦੇ ਵਿੱਚ ਸੁੱਟੋ ਉਹ ਵੀ ਨਰਕ ਦੇ ਵਿੱਚ ਸੁੱਟ ਦਿਓ ਹੁਣ ਨਰਕਾਂ ਦਾ ਜ਼ਿਕਰ ਆਉਂਦਾ ਕਹਿੰਦੇ 84 ਪ੍ਰਕਾਰ ਦੇ ਨਰਕ ਨੇ ਵਿਦਵਾਨ ਪੁਰਖਾਂ ਨੇ ਮੰਨੇ ਜਿੱਥੇ ਮਨੁੱਖ ਨੂੰ ਤਸੀਹੇ ਦਿੱਤੇ ਜਾਂਦੇ ਹੁਣ ਸਾਧ ਸੰਗਤ ਜੀ ਜਿਉਂ ਇਹਨੂੰ ਨਰਕ ਦੇ ਵਿੱਚ ਸੁੱਟਦੇ ਨੇ ਇਹਨੂੰ ਜਾਗ ਆ ਜਾਂਦੀ ਹੈ ਜਾਗ ਆਈ ਇਹਦਾ ਦਿਲ ਧੱਕ ਧੱਕ ਕਰਦਾ ਹੈ ਜਲਦੀ ਜਲਦੀ ਇਹਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਉੱਥੇ ਪਹੁੰਚ ਜਾਂਦਾ ਜਿੱਥੇ ਉਹ ਗੁਰਮੁਖ ਗੁਰਸਿੱਖ ਜਿਨ੍ਹਾਂ ਨੇ ਅਵਤਾਰਾ ਕੀਤਾ ਹੋਇਆ ਤੇ ਦਰਸ਼ਨ ਕਰਨ ਦੀ ਖਾਤਰ ਜਾ ਰਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਉਹਨੇ ਦੇਖਿਆ ਗੁਰਮੁਖ ਗੁਰਸਿੱਖ ਨੇ ਜਿਹੜੇ ਕੁਝ ਗੁਰਮੁਖ ਇਸ਼ਨਾਨ ਕਰ ਰਹੇ ਨੇ ਕੁਝ ਸਮਾਧੀ ਦੇ ਵਿੱਚ ਬੈਠ ਕੇ ਸਿਮਰਨ ਅਭਿਆਸ ਕਰ ਰਹੇ ਨੇ ਕੁਝ ਬਾਣੀ ਪੜ੍ਹ ਰਹੇ ਨੇ ਇਹ ਚੁੱਪ ਹੋ ਕੇ ਇੱਕ ਪਾਸੇ ਬੈਠਦਾ ਰਿਹਾ ਨਾਲ ਦੇਖਦਾ ਰਹਿੰਦਾ ਇਹ ਕਰਦੇ ਕੀ ਨੇ ਉਹ ਗੁਰਮੁਖ ਸੱਚ ਦੀ ਕਮਾਈ ਕਰਦੇ ਨਾਮ ਦੀ ਕਮਾਈ ਕਰਦੇ ਕਿ ਉਹ ਸਤਿਗੁਰੂ ਜੀ ਦਾ ਹੁਕਮ ਹੈ ਭਾਈ ਗੁਰਮੁਖਾ ਤੋਂ ਕਿਰਤ ਕਰਦਿਆਂ ਹੋਇਆਂ ਵੀ ਗੁਰਬਾਣੀ ਪੜ੍ਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਗੁਰੂ ਮੰਤਰ ਦਾ ਅਭਿਆਸ ਕਰਕੇ ਮਹਾਰਾਜ ਦੇ ਬਚਨ ਨੇ ਹੁਣ ਸਾਧ ਸੰਗਤ ਜੀ ਉਹ ਗੁਰਮੁਖਾਂ ਦੀ ਕਰਨੀ ਕਰਦੇ ਨੇ ਤੁਹਾਨੂੰ ਗੁਰਮੁਖ ਅੰਮ੍ਰਿਤ ਵੇਲੇ ਜਿਹੜੇ ਸਿਮਰਨ ਅਭਿਆਸ ਕਰਦੇ ਨੇ ਬਾਣੀ ਪੜ੍ਹ ਰਹੇ ਨੇ ਜਨ ਚੜ੍ਹਦੇ ਤੱਕ ਸਾਰੇ ਗੁਰਮੁਖਾਂ ਨੇ ਨਿਤਨੇਮ ਪੂਰਾ ਕੀਤਾ ਉਹ ਗੁਰਮੁਖ ਦੇ ਆ ਕੇ ਚਰਨਾਂ ਤੇ ਢਹਿ ਪਿਆ ਜਿਹੜਾ ਰਾਤ ਨੂੰ ਉਪਦੇਸ਼ ਦਿੰਦਾ ਸੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਆਹ ਹੁਕਮ ਹੈ ਮਹਾਰਾਜ ਦਾ ਗੁਰਮੁਖਾਂ ਵਾਸਤੇ ਗੁਰਮੁਖਾਂ ਨੂੰ ਕਰਨਾ ਕੀ ਚਾਹੀਦਾ ਜੋ ਸਤਿਗੁਰੂ ਜੀ ਨੇ ਹੁਕਮ ਕੀਤਾ ਉਹ ਉਪਦੇਸ਼ ਨੂੰ ਦ੍ਰਿੜਾਉਂਦਾ ਸੀ ਗੁਰਮੁਖ ਉਹਦੇ ਚਰਨਾਂ ਤੇ ਢਹਿ ਪਿਆ ਬੜੇ ਪ੍ਰੇਮ ਦੇ ਨਾਲ ਦਿਖਾਇਆ ਭਾਈ ਗੁਰਮੁਖਾ ਕਾਰਨ ਕੀ ਹੈ ਦੱਸੋ ਅਸੀਂ ਗੁਰਸਿੱਖ ਭਾਈ ਹਾਂ ਕਿਉਂ ਗੁਰਸਿੱਖਾਂ ਦਾ ਰਹਿਤਾ ਇਹ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਇਹ ਗੁਰਸਿੱਖਾਂ ਦਾ ਰਹਿਤਾ ਹੈ ਪਰ ਗੁਰਮੁਖ ਹਮੇਸ਼ਾ ਆਪਣੇ ਵੱਡੇ ਦਾ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਦੇ ਨੇ ਗੁਰਮੁਖਾਂ ਦੇ ਵਿੱਚ ਨਿਮਰਤਾ ਹੁੰਦੀ ਹੈ ਕਿਉਂ ਸਤਿਗੁਰੂ ਜੀ ਦਾ ਇਹ ਹੀ ਹੁਕਮ ਹੈ ਮਹਾਰਾਜ ਦੇ ਨਿਮਰਤਾ ਧਾਰਨ ਕਰਨੀ ਇੱਕ ਬਹੁਤ ਵੱਡਾ ਗੁਣ ਹੈ ਆਪਾਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ ਨਾ ਮਿੱਠ ਤੇ ਨੀਵੀਂ ਨਾਨਕਾ ਗੁਣ ਚੰਗਿਆਈਆਂ ਕਰਦਾ ਪਰ ਇਹਨੂੰ ਧਾਰਨ ਕਰਨ ਵਾਲੇ ਗੁਰਮੁਖ ਗੁਰਸਿੱਖ ਵਿਰਲੇ ਕਰ ਲੈਂਦੇ ਨਹੀਂ ਤਾਂ ਪੜ੍ਹਨ ਸੁਣਨ ਦਾ ਕੋਈ ਸਾਰੇ ਸੀਮਤ ਸੀ ਰਹਿ ਗਏ ਹੁਣ ਉਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਹ ਗੁਰਮੁਖ ਕਹਿਣ ਲੱਗੇ ਦੱਸੋ ਭਾਈ ਕਹਿਣ ਲੱਗਿਆ ਕਿ ਰਾਤ ਤੁਹਾਡੀ ਸੰਗਤ ਹੋਈ ਉਹ ਸੰਗਤ ਨੇ ਮੇਰੇ ਜੀਵਨ ਦੇ ਵਿੱਚ ਤਬਦੀਲੀ ਲਿਆ ਦਿੱਤੀ ਬਹੁਤ ਵੱਡੀ ਮੈਂ ਨਾਸਤਿਕ ਵਿਅਕਤੀ ਦਾ ਧਾਰਨੀ ਹੈ ਮੈਨੂੰ ਨਹੀਂ ਪਤਾ ਮਨੁੱਖਾਂ ਦੇ ਕਿਵੇਂ ਮਿਲਦੀ ਹੈ ਇਹਦੀ ਕਦਰ ਕਿਵੇਂ ਕਰਨੀ ਹੈ ਰਾਤ ਨੂੰ ਤੁਹਾਡੀ ਸੰਗਤ ਦੇ ਵਿੱਚ ਜੋ ਵਚਨ ਜੋ ਤੁਸੀਂ ਕੀਤੇ ਉਹ ਧਾਰਨ ਕੀਤੇ ਨੇ ਬਹੁਤ ਕੁਝ ਸਰਵਣ ਕੀਤਾ ਪਰ ਤੁਸੀਂ ਅੱਗੇ ਕਿਰਪਾ ਕੀਤੀ ਰਾਤ ਨੂੰ ਮੈਨੂੰ ਸੁੱਤੇ ਪਿਆ ਮੈਨੂੰ ਸੁਪਨਾ ਆਇਆ ਤੇ ਸੁਪਨਾ ਹੀ ਇੱਕ ਸਿੱਖਿਆਦਾਇਕ ਬਹੁਤ ਸਿੱਖਿਆ ਮੈਨੂੰ ਸੁਪਨੇ ਦੇ ਵਿੱਚ ਮਿਲੀ ਜੋ ਕੁਝ ਮੈਂ ਸਰਵਣ ਕੀਤਾ ਉਹ ਸੁਪਨੇ ਦੇ ਵਿੱਚ ਦਿਖਾ ਦਿੱਤਾ ਮੈਂ ਆਹ ਦੇਖਿਆ ਪਰਮੇਸ਼ਰ ਦੀ ਦਰਗਾਹ ਤੱਕ ਦਾ ਰਸਤਾ ਹੁਣ ਸਾਧ ਸੰਗਤ ਜੀ ਕਈ ਵਿਦਵਾਨਾਂ ਨੇ ਵੀ ਲਿਖਿਆ ਕਹਿਣ ਲੱਗੇ ਧਰਮਰਾਜ ਦੇ ਜਮਦੂਤ ਜਦ ਪਰਲੋਕ ਤੱਕ ਲੈ ਕੇ ਜਾਂਦੇ ਨੇ ਪਰ ਸਾਧ ਸੰਗਤ ਜੀ ਦੇਖਿਆ ਜਾਵੇ ਕੁਝ ਗੱਲਾਂ ਦੀ ਗਵਾਹੀ ਸਤਿਗੁਰੂ ਜੀ ਵੀ ਕਰਦੇ ਨੇ ਜਿੱਥੇ ਆਪਾਂ ਪੜ੍ਹਦੇ ਆ ਨਾ ਜੈ ਮਹਾ ਭਿਆਨ ਤਪਤ ਬਹੁ ਕਾਮ
अगे नाम की ऊपर स्थान। ये ग्रंथकारा ने विद्वाना ने यह लिखा जी बड़ा कठिन रास्ता भयानक रास्ता है जिथों की धर्मराज के जमदूत लेके जाते हैं पर वो गुरमुखों का रास्ता नहीं, ये पापी पुरुषों का रास्ता है। कह लगे धरती विद्वान लोग कहते किते तांबे की धरती आ जाती है, किते पित्तल की धरती है, किते लोहे की धरती है, ते पापी पुरुषों को सजावा देते हुए लेके जाते हैं। ते अगे कुछ नदियां का भी जिक्र किया है, किते खून की नदी भी आ जाती है। एक ऐसे दरख्तां का जिक्र आउंदा कहंदे जिहदे तलवारां बाण पत्ते तिखे ने उथों दी लंघना पैंदा है। हुण असीं सारे कहांगे कि आ शरीर है जिहड़ा साडा ये पंज तत्तां दा शरीर है जिहनूं पंज भौतिक शरीर कहा जाता है। सात संगत के पंज तत्त किहड़े ने? एक तत्त है मिट्टी, हवा, पानी, अग। पंजवां तत्त आकाश दे विचों मिलदा जिहनूं ऊर्जा एनर्जी कहते हैं। पंजवां तत्त ये पंजां तत्तां दा शरीर है, पंजां तत्तां दा घर नहीं है। तो साध संगत की इहदे अंदर एक शरीर हो रहा है वो कहते हैं सूक्ष्म शरीर, वो 17 तत्तां दा बनिया होएगा। साध संगत की वो 17 तत्तां दा सूक्ष्म शरीर है जिहड़ा वो ਜਾਂਦਾ है। ਹੁਣ ਅੱਗੇ ਜ਼ਿਕਰ ਆਉਂਦਾ ਕਹਿਣ ਲੱਗੇ ਅੱਗੇ ਫਿਰ ਇਹ ਜੀਵ ਇਹ ਉੱਥੇ ਦੁੱਖ ਮਹਿਸੂਸ ਕਰਦਾ ਹੈ, ਬਰਦਾਸ਼ਤ ਕਰਦਾ ਹੈ। ਧਰਮਰਾਜ ਦੇ ਜਮਦੂਤ ਕਹਿੰਦੇ 10 ਕੋਈ ਪੁੰਨਦਾਨ ਕੀਤਾ ਤੈਂ ਉਹਦਾ ਮਹੱਤਵ ਸਾਨੂੰ ਦੇ ਦੇ। ਆਪਾਂ ਪੜ੍ਹਦੇ ਹਾਂ ਨਾ ਕਰਮ ਧਰਮ ਪਾਖੰਡ ਜੋ ਤੀਸਰਾ ਤਿੰਨ ਜਮ ਜਗਾਤੀ ਹੁੰਦਾ ਹੈ। ਜਗਾਤ ਨੂੰ ਮੈਂ ਟੈਕਸ ਦਾ ਪੁਰਾਣੇ ਸਮੇਂ ਦੇ ਵਿੱਚ ਜਗਾਤ ਕਹਿੰਦੇ ਸੀ, ਹੁਣ ਆਪਾਂ ਟੈਕਸ ਕਹਿ ਦਿੰਦੇ ਹਾਂ। ਇਹ ਸਭ ਤੋਂ ਕੁਝ ਹਿੱਸਾ ਹੈ ਜਿਹੜਾ ਧਰਮਰਾਜ ਦੇ ਜਮਦੂਤ ਉਹਦਾ ਮਹੱਤਵ ਲੈ ਲੈਂਦੇ ਨੇ, ਇਹਨੂੰ ਵਕਤ ਦੇ ਦਿੰਦੇ। ਤੇ ਸਾਧ ਸੰਗਤ ਜੀ ਅੱਗੇ ਫਿਰ ਨਰਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ 84 ਪ੍ਰਕਾਰ ਦੇ ਨਰਕ। ਉਹਦੇ ਵਿੱਚੋਂ ਇੱਕ ਨਰਕ ਹੈ ਟੁੱਟੀ ਨਰਕ ਜਿਹਦੀ ਸ਼ਕਲ ਘੜੇ ਵਰਗੀ ਹੈ, ਉਹਨੂੰ ਬੜਾ ਭਿਆਨਕ ਮੰਨਿਆ। ਪਰ ਕੁਝ ਗੱਲਾਂ ਗੁਰਮਤਿ ਦੇ ਨਾਲ ਮੇਲ ਵੀ ਖਾਂਦੀਆਂ ਨੇ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਪਾਪੀ ਪੁਰਸ਼ ਨੇ ਉਹਨਾਂ ਦੀ ਬਾਬਤ ਜ਼ਿਕਰ ਆਉਂਦਾ ਨਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਮਹਾਰਾਜ ਕਹਿੰਦੇ ਸਾਧ ਸੰਗਤ ਜੀ ਇੱਥੇ ਵੀ ਅਦਾਲਤਾਂ ਬਣੀਆਂ ਹੋਈਆਂ ਨੇ ਪਰ ਇੱਥੇ ਰਿਸ਼ਵਤ ਨਹੀਂ ਚੱਲਦੀ। ਇੱਥੇ ਰਿਸ਼ਵਤ ਦੇ ਕੇ ਦੋਸ਼ੀ ਬਰੀ ਹੋ ਜਾਂਦੇ ਨੇ, ਦੋਸ਼ਾਂ ਤੋਂ ਮੁਕਤ ਹੋ ਜਾਂਦੇ ਨੇ। ਤੇ ਸਾਧ ਸੰਗਤ ਜੀ ਦੇਖਿਆ ਜਾਵੇ ਇੱਥੇ ਸਿਫਾਰਸ਼ ਵੀ ਚੱਲਦੀ ਹੈ। ਪਰ ਮਹਾਰਾਜ ਕਹਿੰਦੇ ਉਹ ਅਦਾਲਤ ਹੈ ਪਰਮੇਸ਼ਰ ਦੀ, ਉਹਦਾ ਸੱਚੋ ਵੀਰ ਸੱਚ ਨਿਬੜਾ ਹੈ ਕੌਣ ਵਕਤ ਕਟੇ ਜੇ ਜਵਾਨੀ, ਉਹ ਸੱਚੀ ਅਦਾਲਤ ਹੈ ਜਿਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਮਿਲਦਾ ਹੈ। ਉੱਥੇ ਬੈਠੀਆਂ ਨੇ ਸੱਚੀਆਂ
सचो वीर सच निबड़ा हुण वक्त कटे जिते मार गया। हुण वो कहण लगिया कृपा करो मेरा पार उतारा किवें होएगा। मैं बड़ा कुछ देख चुकी हूं कि एक सुझाना मैं मिलना किवें पार उतारा हो सकता है। हुण साध संगत जी इतिहास दे विच जिक्र आउंदा है, इहदा नाम है समुंदा। बाद दे विच भाई समुंदा बनदा है। कहण लगे उस सतगुरु धन गुरु अर्जन देव महाराज सच्चे पातशाह दे दर्शन करन वास्ते जांदे हैं ते महाराज दे दर्शन करन दे नाल पाप खंडे जांदे ने। ਉਹਦੇ ਪਿੱਛੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਤੇਰੇ ਤੇ। ਉਹ ਸਮਰੱਥ ਹੈ, ਮੁਕਤ ਭੁਗਤ ਜੁਗਤ ਦੇ ਦਾਤੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਅਸਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਚੱਲੇ ਹੈ, ਤੂੰ ਵੀ ਸਾਡੇ ਨਾਲ ਚੱਲ। ਇਹਦੇ ਮਨ ਦੇ ਵਿੱਚ ਹੋਰ ਸਾਧ ਸੰਗਤ ਜੀ ਪ੍ਰੇਮ ਦੀ ਆਸ ਜਾਗੀ ਹੈ। ਸਭ ਦਾ ਭਾਵਨਾ ਹੋਰ ਮਨ ਦੇ ਵਿੱਚ ਵੱਧ ਗਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਤੁਰ ਪਿਆ। ਮਨ ਦੇ ਵਿੱਚ ਸੋਚਦਾ ਆ ਜ਼ਿੰਦਗੀ ਹੈ ਜਿਹੜੀ ਰਹਿੰਦੀ ਜ਼ਿੰਦਗੀ ਮੈਂ ਸਤਿਗੁਰੂ ਜੀ ਦੇ ਲੇਖੇ ਲਾ ਦੇਣੀ ਹੈ। ਕਿਰਪਾ ਕਰਨ ਸਤਿਗੁਰੂ ਜੀ मेरा संसार ते आया सफल हो जाए, लोक ते परलोक सवारिया जाए। हुण श्री अमृतसर साहब पहुंच गया। पहला महाराज के दर्शन कोई नहीं किए, पता कोई नहीं सतगुरु जी दे कोल किवें जाईदा है। ये देखदा जिवें दूसरे गुरमुख गुरसिख नमस्कार करते हैं। इन्हें हथ जोड़े धन गुरु अर्जन देव महाराज सच्चे पातशाह के चरणों ते सिर धरिया ते उच्ची उच्ची रोन लग गया। सतगुरु जी ने इन्हू बिठाया ते महाराज ने दया दृष्टि की कहण लगे दस भाई की होया है। कहण लग्या सतगुरु जी मैं जिंदगी में पाप बड़े कमाए ने, सारी जिंदगी व्यर्थ ही चली गई, कोई चंगा कर्म शुभ कर्म नहीं किया। सतगुरु जी आ लोक है जेड़ा ये मैं गवा चुकी हूं, कृपा करो मेरे ते परलोक किवें सवारिया जाएगा। सतगुरु जी तकदे ने उहदे वल कहण लगे भाई गुरमुखा सतगुरु जी के बड़े प्यारे मिठे बोल ने। इहदा मन है जिहड़ा साध संगत जी वो बचना दे नाल विधिया गया। हथ जुड़िया नेत्रा चो जल लगता है। कहण लग्या सतगुरु जी मेरा पार उतारा करो, मैं तुहाडे चरनां ते आसरा धर के आया। महाराज कहण लगे गुरु नानक पातशाह के दर से जो भी आया है वह भार उतारा हो जाता है। गल सरबत ते भावना की है। सतगुरु जी कहण लगे भाई गुरमुखा गुरु नानक पातशाह के उपदेश नूं कमा, वो सतनाम का जाप कर। सतनाम का जाप की है, जे असीं सतनाम सतनाम कहांगे साडा पार उतारा नहीं होना। सतनाम की है, सतनाम का अर्थ है सच्चा नाम, जिहड़ा तीन काल सत है, जिहदा नाश कोई ना होवे। वो है अकाल पुरख वाहिगुरू दा साध संगत जी, वो है गुरमंत्र वाहिगुरू। वाहिगुरू वाहिगुरू का जाप कर, गुरु नानक के चरणों के नाल जुड़, गुरु के उपदेश नूं कमा, बाणी पढ़, बाणी नूं विचार, तां तेरा पार उतारा होएगा। फिर साध संगत जी इतिहास के विच जिक्र आउंदा भाई समुंदा जी ने गुरमत गुरसिੱਖੀ का बहुत प्रचार किया, जिहड़ा धन गुरु अर्जन देव महाराज नूं समर्पित हो गया।
ਆਪਾਂ ਵਿਚਾਰ ਕਰਦੇ ਸੀ ਜਿਨ੍ਹਾਂ ਨੇ ਸੰਗਤ ਕੀਤੀ, ਸੰਗਤ ਕਾ ਗੁਣ ਬਹੁਤ ਅਧਿਕਾਈ ਸਤਿਗੁਰੂ ਜੀ ਦੇ ਬਚਨ ਦੇ। ਜੇ ਕਿਸੇ ਕਰਨੀ ਕਮਾਈ ਵਾਲਿਆਂ ਦੀ ਅਸੀਂ ਸੰਗਤ ਕਰਾਂਗੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਹੈ, ਉਹਨਾਂ ਦੀ ਸੰਗਤ ਕਰਕੇ ਪਾਰ ਉਤਾਰਾ ਹੋ ਜਾਂਦਾ ਹੈ। ਜਿਹੜੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਉਪਦੇਸ਼ ਨੂੰ ਦ੍ਰਿੜਾ ਰਹੇ ਨੇ, ਉਹਨੂੰ ਅਸੀਂ ਪੱਲੇ ਵੀ ਸਾਡਾ ਪਾਰ ਉਤਾਰਾ ਕਿਵੇਂ ਹੋਏਗਾ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੜ ਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਵਿਚਾਰੀਏ, ਸਤਿਗੁਰੂ ਜੀ ਦਾ ਉਪਦੇਸ਼ ਕੀ ਹੈ ਉਹਨੂੰ ਗ੍ਰਹਿਣ ਕਰੀਏ, ਅੰਮ੍ਰਿਤ ਧਾਰੀ ਹੋਈਏ, ਸਾਡਾ ਪਾਰ ਉਤਾਰਾ ਹੋਏਗਾ। ਹੁਣ ਸਾਧ ਸੰਗਤ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ, ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ, ਸਤਿਗੁਰੂ ਜੀ ਕਿਰਪਾ ਕਰਨਾ, ਮਾਤਾ ਜੀ ਨੂੰ ਚਰਨਾਂ ਦਾ ਨਿਵਾਸ ਬਖਸ਼ਣਾ, ਸਾਰੇ ਪਰਿਵਾਰ ਨੂੰ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ਣ, ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਆਪਾਂ ਵੀ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਰਹਿਮਤ ਕਰੋ, ਅਸੀਂ ਸੰਸਾਰ ਤੇ ਆਏ ਹਾਂ, ਇੱਕ ਇੱਕ ਸਵਾਸ ਸਾਡਾ ਸਫਲਾ ਹੋ ਜੇ, ਜ਼ਿੰਦਗੀ ਲਿਖੇ ਲੱਗ ਜੇ, ਸੰਸਾਰ ਤੇ ਆਇਆ ਸਫਲਾ ਹੋ ਜੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੁਣ ਆਪਾਂ ਸਾਰੇ ਹੀ ਆਨੰਦ ਸਾਹਿਬ ਦੇ ਵਿੱਚ ਬੋਲਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਤਾ
Thank you.